फ्रेंड्स ਸਾਰਿਆਂ ਨੂੰ ਡਾਕਟਰ ਅਮਰਪ੍ਰੀਤ ਸਿੰਘ ਬਾਵਾ ਨਰਸਿੰਗ ਹੋਮ ਬੱਸੀ ਪਠਾਣਾ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਰਿਬਰੂ ਹੋ ਰਿਹਾ ਹਾਂ। ਅੱਜ ਦਾ ਟੌਪਿਕ ਇੱਕ ਬੜਾ ਹੀ ਕਾਮਨ ਔਰ ਇੰਟਰਸਟਿੰਗ ਟੌਪਿਕ ਹੈ, ਸਪੈਸ਼ਲੀ ਯੰਗ ਗਰਲਸ ਦੇ ਲਈ। ਮੇਰਾ ਇਹਦੇ ਵਿੱਚ ਕੋਈ ਫੀਲਡ ਨਹੀਂ ਸੀ, ਪਰ ਤਕਰੀਬਨ 15 ਸਾਲ ਤੋਂ ਮੈਂ ਰੋਜ਼ ਹੀ ਇਨਕਾਊਂਟਰ ਕਰ ਰਿਹਾ ਸੀ ਇਹ ਟੌਪਿਕ, ਜਿਸ ਕਰਕੇ ਕਿ ਮੇਰਾ ਇੰਟਰਸਟ ਦਿਨ ਬਾਏ ਦਿਨ ਵੱਧਦਾ ਗਿਆ ਔਰ ਹੁਣ ਦੀ ਡੇਟ ਦੇ ਵਿੱਚ ਕਾफ़ੀ ਹੱਦ ਤੱਕ ਅਸੀਂ ਬੜਾ ਹੀ ਸਕਸੈਸਫੁਲ ਮੈਨੇਜਮੈਂਟ ਕਰ ਰਹੇ ਹਾਂ। ਇਸ ਬਿਮਾਰੀ ਦਾ ਨਾਮ ਹੈ PCOD ਜਾਂ ਕੋਈ ਇਹਨੂੰ PCOS ਵੀ ਕਹਿੰਦਾ ਹੈ, ਜਿਹਦਾ ਕਿ ਮਤਲਬ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜਾਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਦੇ ਵਿੱਚ ਵੀ ਅੱਜ ਕੱਲ੍ਹ ਲੇਟੈਸਟ ਜਾਣਿਆ ਜਾਂਦਾ ਹੈ। ਕਿਉਂਕਿ ਡਿਜ਼ੀਜ਼ ਜਿਹੜੀ PCOD ਹੁੰਦੀ ਸੀ ਉਹ ਇੱਕ ਛੋਟਾ ਜਿਹਾ ਟੌਪਿਕ ਜਿਹੜਾ ਕਿ ਸਿਰਫ ਓਵਰੀਜ਼ ਤੱਕ ਰਿਲੇਟਡ ਹੁੰਦਾ ਸੀਗਾ, ਉਹਨੂੰ ਕਹਿੰਦੇ ਸੀਗੇ। ਪਰ ਅੱਜ ਦੀ ਡੇਟ ਦੇ ਵਿੱਚ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਗਈ ਹੋਈ ਹੈ, ਜਿਸ ਕਰਕੇ ਕਿ ਇਹਨੂੰ PCOS ਕਿਹਾ ਜਾ ਰਿਹਾ ਹੈ। ਮਤਲਬ ਕਿ ਇੱਕ ਇਹ ਬਾਡੀ ਦੇ ਵਿੱਚ ਸਿੰਡਰੋਮ ਬਣ ਗਿਆ ਹੈ, ਜਿਸ ਦੇ ਵਿੱਚ ਕਿ ਇਸ ਬਿਮਾਰੀ ਦੇ ਨਾਲ ਹੋਰ ਕਾफ़ੀ ਕੁਝ ਬਾਡੀ ਦੇ ਪਾਰਟਸ ਇਫੈਕਟ ਹੋ ਰਹੇ ਹਨ। ਸੋ ਯੰਗ ਗਰਲਸ ਨੂੰ ਇਫੈਕਟ ਕਰਦਾ ਹੈ। ਰੇਂਜ ਬੜੀ ਛੋਟੀ ਤੋਂ ਸਟਾਰਟ ਹੋ ਜਾਂਦੀਆਂ ਹਨ। ਜਦੋਂ ਤੋਂ ਪੇਸ਼ੈਂਟ ਯੰਗ ਲੜਕੀ ਨੂੰ ਪੀਰੀਅਡਸ ਆਉਣੇ ਜਾਂ ਮੈਂਸਿਸ ਆਉਣੇ ਸ਼ੁਰੂ ਹੁੰਦੇ ਹਨ, ਹੌਲੀ ਹੌਲੀ ਪਤਾ ਲੱਗਦਾ ਹੈ ਜਦੋਂ ਬੱਚਾ ਆਪਣੇ ਪੇਰੈਂਟਸ ਨਾਲ ਖੁੱਲ੍ਹ ਕੇ ਗੱਲ ਕਰਨਾ ਸ਼ੁਰੂ ਕਰਦਾ ਹੈ ਕਿ ਮੈਨੂੰ ਪੀਰੀਅਡਸ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ। ਅਸੀਂ ਫਿਰ ਵੀ ਚਲੋ 6 ਮਹੀਨੇ ਹਰ ਇੱਕ ਬੰਦਾ ਵੇਟ ਕਰਦਾ ਰਹਿੰਦਾ ਹੈ ਵੀ ਸ਼ਾਇਦ ਹੁਣੇ ਸ਼ੁਰੂ ਹੋਏ ਹਨ। ਫਿਰ ਕਦੀ ਪੀਰੀਅਡਸ ਆਉਂਦੇ ਹਨ, ਕਦੀ ਨਹੀਂ ਆਉਂਦੇ ਹਨ। ਬੱਚਾ ਹਰ ਮੰਥ ਦੇ ਦੌਰਾਨ ਕੁਛ ਨਾ ਕੁਛ ਫੀਲ ਕਰਦਾ ਹੈ, ਪਰ ਉਹ ਬਹੁਤ ਪੇਨਫੁਲ ਪਾਰਟ ਹੁੰਦਾ ਹੈ। ਪੀਰੀਅਡਸ ਫਿਰ ਨਹੀਂ ਆਉਂਦੇ। ਇਸ ਤਰ੍ਹਾਂ ਹੀ ਮਹੀਨੇ ਬੱਧੀ ਬੰਦਾ ਗੁਜ਼ਾਰਦਾ ਚਲਾ ਜਾਂਦਾ ਹੈ। ਕਿਸੇ ਡਾਕਟਰ ਕੋਲ ਚਲੇ ਗਏ, ਉਹਨਾਂ ਨੇ ਛੋਟੇ ਮੋਟੇ ਕੋਈ ਟੌਨਿਕਸ ਪਾ ਤੇ ਵੇਟ ਕਰ ਲਈ। ਸੋ ਪਰ ਬਿਮਾਰੀ ਦੇ ਉੱਪਰ ਕੰਟਰੋਲ ਨਹੀਂ ਪਾਇਆ ਜਾਂਦਾ। ਸੋ ਕਾफ़ੀ ਹੱਦ ਤੱਕ ਪੇਸ਼ੈਂਟ ਜਿਹੜਾ ਹੈ ਉਹ ਕਾफ़ੀ ਲੇਟ ਪ੍ਰੈਜ਼ੈਂਟ ਕਰਦਾ ਹੈ, ਜਦੋਂ ਕਿ ਉਹਨੂੰ ਕੋਈ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਜਾਂਦੇ ਹਨ, ਜਿਹਦੇ ਵਿੱਚ ਕਿ ਬੱਚੇ ਪਲੰਪੀ ਮੋਟੇ ਟਾਈਪ ਹੁੰਦੇ ਹਨ, ਚਿੜਚਿੜੇ ਹੁੰਦੇ ਹਨ, ਆਪਣੇ ਫੇਸ 'ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਪੇਸ਼ੈਂਟ ਦੇ ਬਿਹੇਵੀਅਰ ਦੇ ਵਿੱਚ ਕਾफ़ੀ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਪੇਸ਼ੈਂਟਸ ਦੇ ਜਿਹੜੇ ਮਾਪੇ ਹੁੰਦੇ ਹਨ ਉਹ ਕੰਸਰਨਡ ਹੋ ਜਾਂਦੇ ਹਨ। ਫਿਰ ਉਹ ਪਹੁੰਚਦੇ ਹਨ ਕਿਸੇ ਅੱਛੇ ਟ੍ਰੇਨਡ ਕੁਆਲੀਫਾਈਡ ਡਾਕਟਰ ਕੋਲ, ਜਿੱਥੇ ਕਿ ਸਾਰਾ ਕੁਝ ਇਨਵੈਸਟੀਗੇਸ਼ਨ, ਜਿਹਦੇ ਵਿੱਚ ਕਿ ਅਲਟਰਾਸਾਊਂਡ ਬਹੁਤ ਹੀ ਮਹੱਤਵ ਰੱਖਦਾ ਹੈ, ਉੱਥੇ ਪਹੁੰਚ ਕੇ ਡਾਇਗਨੋਸ ਕੀਤਾ ਜਾਂਦਾ ਹੈ ਕਿ ਪੇਸ਼ੈਂਟ ਨੂੰ PCOS ਹੈਗਾ। ਸੋ PCOD ਜਿਹੜੀ ਡਿਜ਼ੀਜ਼ ਸੀਗੀ, ਜਿੱਥੋਂ ਅਸੀਂ D ਸ਼ੁਰੂ ਕੀਤਾ ਸੀਗਾ, ਉਹ ਸਾਡੀ ਸਿਰਫ ਓਵਰੀਜ਼ ਤੱਕ ਹੁੰਦੀ ਸੀ। ਪਰ ਪੇਸ਼ੈਂਟ ਹੁਣ ਅੱਜ ਕੱਲ੍ਹ ਬੜੀਆਂ ਬਿਮਾਰੀਆਂ ਨਾਲ ਲੈ ਕੇ ਪ੍ਰੈਜ਼ੈਂਟ ਕਰਦਾ ਹੈ, ਜਿਸ ਕਰਕੇ ਕਿ ਅਸੀਂ ਇਹਨੂੰ PCOS ਕਹਿੰਦੇ ਹਾਂ। ਬੇਸਿਕਲੀ ਹੈ ਕੀ ਹੈ? ਬੇਸਿਕਲੀ ਜਿਹੜਾ ਸਾਡੀ ਅੰਡੇਦਾਨੀ ਹੈ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ, ਜਿਹਦੇ ਵਿੱਚ ਕਿ ਐਗ ਸਾਡਾ ਮੰਥਲੀ ਬਣਦਾ ਹੈ, ਉਹ ਐਗ ਪ੍ਰੋਪਰ ਮੈਚਿਓਰ ਨਹੀਂ ਹੁੰਦਾ। ਉਹ ਐਗ ਦੀ ਥਾਂ 'ਤੇ ਛੋਟੀਆਂ ਆਪਾਂ ਪਾਣੀ ਕਹਿ ਸਕਦੇ ਹਾਂ, ਉਹਦੀਆਂ ਛੋਟੀਆਂ ਰਸੌਲੀਆਂ ਬਣ ਜਾਂਦੀਆਂ ਹਨ। ਉਹਨਾਂ ਦਾ ਇੱਕ ਸਾਈਜ਼ ਸਿਗਨੀਫੀਕੈਂਟ ਹੁੰਦਾ ਹੈ ਔਰ ਉਹਨਾਂ ਦਾ ਇੱਕ ਨੰਬਰ ਵੀ ਸਿਗਨੀਫੀਕੈਂਟ ਹੁੰਦਾ ਹੈ, ਜਿਸ ਕਰਕੇ ਕਿ ਸਾਡਾ ਜਿੱਥੇ ਅੰਡਾ ਬਣਨਾ ਸੀ ਉੱਥੇ ਇੱਕ ਪਾਣੀ ਦੀ ਥੈਲੀ ਦੀ ਰਸੌਲੀ ਬਣ ਜਾਂਦੀ ਹੈ। ਸੋ ਬੇਸਿਕਲੀ ਜਿਹੜਾ ਓਵਰੀ ਦਾ ਕੰਮ ਸੀ, ਜਿੱਥੇ ਕਿ ਅੰਡਾ ਬਣਨਾ ਜ਼ਰੂਰੀ ਸੀ, ਤਾਂ ਹੀ ਅਸੀਂ ਇਹਨੂੰ ਅੰਡੇਦਾਨੀ ਕਹਿੰਦੇ ਹਾਂ, ਉਹਦੇ ਵਿੱਚ ਉਹ ਅੰਡਾ ਨਹੀਂ ਬਣਦਾ। ਅਤੇ ਪੇਸ਼ੈਂਟ ਦਾ ਜਿਹੜਾ ਮੰਥਲੀ ਰੈਗੂਲੇਟਰੀ ਪੀਰੀਅਡ ਹੈ ਉਹ ਵੀ ਪ੍ਰੋਪਰ ਨਹੀਂ ਆਉਂਦਾ। ਸੋ ਇਹ ਹੌਲੀ ਚੀਜ਼ ਕਰਦੇ ਜਿਹੜੀ ਬਿਮਾਰੀ ਦਾ ਟ੍ਰੀਟਮੈਂਟ ਨਹੀਂ ਸੀ ਹੋ ਰਿਹਾ, ਉਹ ਪਾਣੀ ਦੀ ਰਸੌਲੀਆਂ ਜੋ ਕਿ ਅੱਜ 6-7 ਸਨ, ਉੱਥੋਂ 10-15 ਹੁੰਦੀਆਂ ਚਲੇ ਜਾਂਦੀਆਂ ਹਨ। ਓਵਰੀਜ਼ ਆਪਣੀਆਂ ਕੰਮ ਨਹੀਂ ਕਰਦੇ ਹਨ। ਇਹਦੀ ਇੰਪੋਰਟੈਂਸ ਬੇਸਿਕਲੀ ਜੋ ਮੈਂ ਪਹਿਲਾਂ ਵੀ ਦੱਸਿਆ ਹੈ, ਕਿਉਂਕਿ ਇੱਕ ਸਿੰਡਰੋਮ ਬਣ ਚੁੱਕਾ ਹੈ, ਜਿਸ ਵਿੱਚ ਇੱਕ ਬੱਚਾ ਵੀ ਚੰਗਾ ਭਲਾ ਬਦਸੂਰਤ ਹੋ ਜਾਂਦਾ ਹੈ, ਵਾਲ ਚਿਹਰੇ 'ਤੇ ਫਿਰਦੇ ਹਨ, ਮੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ, ਬਿਹੇਵੀਅਰ ਚੇਂਜਿਸ ਆ ਜਾਂਦੀਆਂ ਹਨ। ਬੱਚੇ ਨੂੰ ਪੀਰੀਅਡਸ ਨਹੀਂ ਆਉਂਦੇ, ਸਾਈਕੋਲੋਜੀਕਲ ਬਿਹੇਵੀਅਰ ਉਹਦਾ ਚੇਂਜ ਹੋ ਜਾਂਦਾ ਹੈ, ਕਿਉਂਕਿ ਜਦੋਂ ਆਪਣੀ ਉਹ ਸਹੇਲੀਆਂ ਨਾਲ ਗੱਲ ਕਰਦੀ ਹੈ ਜਿਸ ਨੂੰ ਕਿ ਕੋਈ ਪ੍ਰੋਬਲਮ ਨਹੀਂ ਹੈ, ਫਿਰ ਇਸ ਬੱਚੇ ਨੂੰ ਵੀ ਡਿਪਰੈਸ਼ਨ ਹੋ ਜਾਂਦਾ ਹੈ। ਸੋ ਇਸ ਕਰਕੇ ਇਹਦਾ ਟ੍ਰੀਟਮੈਂਟ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ, ਔਰ ਇੱਕ ਕੁਆਲੀਫਾਈਡ ਪੜ੍ਹੇ ਲਿਖੇ ਡਾਕਟਰ ਕੋਲ ਜਿਹੜਾ ਕਿ ਇਸ ਡਿਜ਼ੀਜ਼ ਨੂੰ ਡੀਲ ਕਰਦਾ ਹੈ, ਉਹਨੂੰ ਅੱਛੀ ਤਰ੍ਹਾਂ ਜਾ ਕੇ ਟ੍ਰੀਟਮੈਂਟ ਲੈਣਾ ਚਾਹੀਦਾ ਹੈ। ਟ੍ਰੀਟਮੈਂਟ ਬਹੁਤ ਅੱਛਾ, ਬਹੁਤ ਈਜ਼ੀ, ਬਹੁਤ ਸਸਤਾ ਹੈ, ਪਰ ਉਹ ਢੰਗ ਨਾਲ ਕੀਤਾ ਜਾਏ ਤਾਂ।
ਸੋ ਕੋਈ ਵੀ ਬੱਚਾ ਜਾਂ ਅਸੀਂ ਡਾਇਗਨੋਸ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਉਹਨਾਂ ਦੀਆਂ ਜੋ ਹਿਸਟਰੀ ਲੈਣ ਤੋਂ ਬਾਅਦ ਕਨਫਰਮ ਕਰ ਲੈਂਦੇ ਹਾਂ, ਜਿਹਦੇ ਵਿੱਚ ਕਿ ਸਾਰੇ ਅਲਟਰਾਸਾਊਂਡ ਟੈਸਟ, ਸਾਡੇ ਬੇਸਿਕਲੀ ਹਾਰਮੋਨਲ ਟੈਸਟ ਇੱਕ ਲੜਕੀ ਦੇ ਕਰਨ ਤੋਂ ਬਾਅਦ ਹੀ ਅਸੀਂ ਅੱਗੇ ਪ੍ਰੋਸੀਡ ਕਰਦੇ ਹਾਂ। ਸੋ ਜਿਹੜਾ ਟ੍ਰੀਟਮੈਂਟ ਹੈ, ਇੰਪੋਰਟੈਂਸ ਉਹਦੀ ਦਿਨ ਬਾਏ ਦਿਨ ਜਿਉਂ-ਜਿਉਂ ਉਮਰ ਵੱਧਦੀ ਹੈ ਬੱਚੇ ਦੀ ਹੋਰ ਇੰਪੋਰਟੈਂਸ ਹੋ ਜਾਂਦਾ ਹੈ, ਕਿਉਂਕਿ ਕੱਲ੍ਹ ਨੂੰ ਵਿਆਹ ਹੋਣਾ ਹੈ, ਕੱਲ੍ਹ ਨੂੰ ਉਹਨਾਂ ਦੇ ਅੱਗੇ ਜਾ ਕੇ ਇਸ਼ੂ ਬੱਚੇ ਵੀ ਹੋਣੇ ਹਨ, ਜਿੱਥੇ ਕਿ ਉਹਨਾਂ ਨੂੰ ਫਿਰ ਅੱਗੇ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਆਪਾਂ ਹੁਣ ਟ੍ਰੀਟਮੈਂਟ ਦੀ ਗੱਲ ਕਰੀਏ, ਜਿਹੜਾ ਕਿ ਬੜਾ ਆਸਾਨ ਔਰ ਬੜਾ ਜ਼ਰੂਰੀ ਹੈ। ਉਹਨੂੰ ਅਸੀਂ ਕਾਫੀ ਸੈਗਮੈਂਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਬੇਸਿਕ ਸੈਗਮੈਂਟ, ਜਦੋਂ ਕੋਈ ਬੱਚਾ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਐਸ਼ੋਰੈਂਸ ਦੇਣੀ ਚਾਹੀਦੀ ਹੈ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਜਿਹੜੀ ਇਹ ਇੱਕ ਡਿਜ਼ੀਜ਼ ਹੈ ਸਾਡੀ, ਕੋਈ ਸਾਨੂੰ ਬਾਹਰੋਂ ਕਿਸੇ ਪਾਸੋਂ ਨਹੀਂ ਮਿਲੀ। ਸਾਡਾ ਕਈ ਵਾਰੀ ਆਪਣਾ ਬਿਹੇਵੀਅਰ ਚੇਂਜਸ ਵੀ ਇਹੋ ਜਿਹੇ ਹੋ ਜਾਂਦੇ ਹਨ, ਸਾਡਾ ਲਾਈਫ ਸਟਾਈਲ ਇਹੋ ਜਿਹਾ ਹੋ ਜਾਂਦਾ ਹੈ, ਸਾਡਾ ਖਾਣ ਪੀਣ ਦਾ ਅੱਜ ਕੱਲ੍ਹ ਜੋ ਜੰਕ ਫੂਡ ਦੇ ਨਾਲ ਰਿਲੇਟਡ ਹੋ ਜਾਂਦਾ ਹੈ, ਜਿਸ ਕਰਕੇ ਇਹ ਬਿਮਾਰੀ ਕਾਫੀ ਕਾਮਨ ਹੋ ਗਈ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਹੈਗਾ ਉਹ ਆਪਣਾ ਬੇਸਿਕਲੀ ਜੋ ਲਾਈਫ ਸਟਾਈਲ ਹੈ ਉਹਨੂੰ ਚੇਂਜ ਕਰੋ, ਜਿਹਦੇ ਵਿੱਚ ਹੱਸੋ ਖੇਡੋ, ਫਿਜ਼ੀਕਲ ਐਕਟੀਵਿਟੀ ਕਰੋ। ਡਾਈਟ ਦੇ ਵਿੱਚ ਜੰਕ ਫੂਡ ਆਪਣਾ ਬਿਲਕੁਲ ਬੰਦ ਕਰ ਦਿਓ, ਮਿੱਠਾ ਘੱਟ ਤੋਂ ਘੱਟ ਕਰ ਦਿਓ। ਸੋ ਸਾਡਾ ਸਭ ਤੋਂ ਪਹਿਲਾ ਟ੍ਰੀਟਮੈਂਟ ਜਿਹੜਾ ਹੈ ਉਹ ਇਹੀ ਹੁੰਦਾ ਹੈ। ਨਾਲ ਅਸੀਂ ਹਲਕੀਆਂ ਹਲਕੀਆਂ ਮੈਡੀਸਨਸ ਪਾਉਂਦੇ ਹਾਂ, ਜਿਹਦੇ ਵਿੱਚ ਸਾਡਾ ਬੇਸਿਕ ਏਮ ਹੁੰਦਾ ਹੈ ਜੋ ਪਾਣੀ ਦੀਆਂ ਥੈਲੀਆਂ ਜਾਂ ਪਾਣੀ ਦੀਆਂ ਰਸੌਲੀਆਂ ਬਣ ਚੁੱਕੀਆਂ ਹਨ ਉਹਨੂੰ ख़त्म ਕਰ ਦਿੱਤਾ ਜਾਏ, ਔਰ ਜਿਹੜੀ ਸਾਡੀ ਓਵਰੀ ਹੈ ਉਹ ਨਾਰਮਲ ਆਪਣਾ ਓਵੂਲੇਸ਼ਨ ਜਾਂ ਅੰਡਾ ਬਣਾਉਣਾ ਸ਼ੁਰੂ ਕਰ ਦੇ, ਤਾਂ ਕਿ ਹੌਲੀ ਹੌਲੀ ਜਿਹੜੇ ਰੈਗੂਲੇਟਰੀ ਮੰਥਲੀ ਸਾਈਕਲ ਨੇ ਲੜਕੀ ਦੇ ਉਹ ਵਾਪਸ ਆ ਜਾਣ। ਸੋ ਤੀਸਰਾ ਹੈ ਹਾਰਮੋਨਸ, ਜੇ ਮੈਡੀਕਲ ਸਿੰਪਲ ਕੰਮ ਨਾ ਕਰੇ। ਚੌਥਾ ਹੈ ਬੇਸਿਕਲੀ ਅਸੀਂ ਪੇਸ਼ੈਂਟ ਨੂੰ ਐਡਵਾਈਸ ਕਰਦੇ ਹਾਂ ਕਿ ਪੇਸ਼ੈਂਟ ਕੋਈ ਯੋਗਿਕ ਐਕਸਰਸਾਈਜ਼ ਕਰੇ। ਸੋ ਇਹ 4 ਸਟੈਪ ਹਨ। ਪੰਜਵਾਂ ਸਟੈਪ ਜਿਹੜਾ ਲਾਸਟ ਹੈ, ਜਿਹਦੇ ਵਿੱਚ ਕਿ ਸਾਨੂੰ ਸਾਰੇ ਪ੍ਰੀਵੀਅਸ ਜਿੰਨੇ ਪ੍ਰੋਬਲਮਸ ਅਸੀਂ ਟਰਾਈ ਕੀਤੀਆਂ ਜਿਹੜੀਆਂ ਉਹ ਨਹੀਂ ਸੋਲਵ ਹੋਈਆਂ, ਫਿਰ ਅਸੀਂ ਪੇਸ਼ੈਂਟ ਦੀ ਸਰਜਰੀ ਵੀ ਪਲਾਨ ਕਰਦੇ ਹਾਂ, ਜਿਹੜੀ ਕਿ ਬੜੀ ਛੋਟੀ ਜਿਹੀ ਇੱਕ ਦੂਰਬੀਨ ਦੀ ਸਰਜਰੀ ਹੈ। ਪੇਸ਼ੈਂਟ 24 ਘੰਟੇ ਦੇ ਵਿੱਚ ਆਪਣੇ ਘਰ ਵੀ ਚਲਾ ਜਾਂਦਾ ਹੈ। ਉਹਦੇ ਵਿੱਚ ਅਸੀਂ ਸਾਰੇ ਪਾਣੀ ਦੀਆਂ ਜਿਹੜੀਆਂ ਥੈਲੀਆਂ ਬਣ ਚੁੱਕੀਆਂ ਹਨ ਉਹਨੂੰ ਇੱਕ ਲੇਜ਼ਰ ਦੇ ਨਾਲ ਅਸੀਂ ਬੜੇ ਆਰਾਮ ਨਾਲ ਖ਼ਤਮ ਕਰ ਸਕਦੇ ਹਾਂ, ਤਾਂ ਕਿ ਉਹਨਾਂ ਦੀ ਥਾਂ 'ਤੇ ਜਿਹੜਾ ਨਾਰਮਲ ਅੰਡਾ ਬਣਾਉਣ ਵਾਲੀ ਜਿਹੜੀ ਹੈਗੀ ਹੈ क्षमता ਉਹ ਇਨਕਰੀਜ਼ ਹੋ ਜੇ ਅਤੇ ਰੈਗੂਲੇਟਰੀ ਸਾਈਕਲ ਜਿਹੜੇ ਨੇ ਉਹ ਦੁਬਾਰਾ ਠੀਕ ਹੋ ਜਾਣ, ਤਾਂ ਕਿ ਬੇਬੀ ਜਾਂ ਬੱਚਾ ਜਿਹੜਾ ਵੀ ਹੈ ਉਹਦਾ ਪੀਰੀਅਡ ਸਾਈਕਲ ਨਾਰਮਲ ਹੋ ਜਾਏ। ਸੋ ਇੱਕ ਵਾਰੀ ਜਦੋਂ ਤੁਹਾਡਾ ਸਾਈਕਲ ਮਹੀਨੇ ਦਾ ਨਾਰਮਲ ਹੋ ਜਾਏਗਾ, ਸੋ ਆਟੋਮੈਟਿਕਲੀ ਜਿਹੜੀ ਵੀ ਲੜਕੀ ਸੀਗੀ ਉਹਦਾ ਇੱਕ ਮੈਂਟਲ ਲੈਵਲ ਕਾਫੀ ਉੱਚਾ ਹੋ ਜਾਂਦਾ ਵੀ ਮੈਂ ਹੁਣ ਬਿਲਕੁਲ ਠੀਕ ਹਾਂ। ਸੋ ਇਸ ਤਰ੍ਹਾਂ ਉਹਦੇ ਹੌਲੀ ਹੌਲੀ ਜੋ ਚੇਂਜਸ ਆਈਆਂ ਹੁੰਦੀਆਂ ਹਨ, ਜਿਹੜੀਆਂ ਕਿ ਬਿਹੇਵੀਅਰਲ ਚੇਂਜਸ ਨੇ, ਮੋਟਾਪਾ ਹੁੰਦਾ ਹੈ ਪੇਸ਼ੈਂਟ ਦਾ, ਪੇਸ਼ੈਂਟ ਨੂੰ ਕੁਝ ਅੱਛਾ ਨਹੀਂ ਲੱਗਦਾ, ਚਿੜਚਿੜਾਪਨ ਹੁੰਦਾ ਹੈ, ਫਿਰ ਉਹ ਹੌਲੀ ਹੌਲੀ ਸਾਰਾ ਕੁਝ ਰਿਵਰਸ ਹੋ ਜਾਂਦਾ ਹੈ ਅਤੇ ਬੰਦਾ ਸਾਰਾ 3-4 ਮਹੀਨੇ ਦੇ ਵਿੱਚ ਬਿਲਕੁਲ ਨਾਰਮਲ ਹੋ ਜਾਂਦਾ ਹੈ। ਸੋ ਦੋਸਤੋ, ਜਿਹੜਾ PCOS ਜਿਹੜਾ ਕਿ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਹੈ, ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਬਹੁਤ ਹੀ ਕਾਮਨ ਹੈ। ਤਕਰੀਬਨ ਹਰ 100 ਲੜਕੀਆਂ ਪਿੱਛੇ ਤਕਰੀਬਨ ਇਹ 60% ਲੜਕੀਆਂ ਨੂੰ ਇਹ ਪਾਇਆ ਜਾ ਰਿਹਾ ਹੈ। ਪਰ ਜੇ ਤੁਸੀਂ ਪ੍ਰੋਪਰ ਟ੍ਰੀਟਮੈਂਟ ਟਾਈਮ ਨਾਲ ਡਾਇਗਨੋਸ ਟਾਈਮ ਨਾਲ ਕਰਵਾ ਲਓਗੇ ਤਾਂ ਤੁਸੀਂ 3-4 ਮਹੀਨੇ ਦੇ ਵਿੱਚ ਹੀ ਨਾਰਮਲ ਹੋ ਜਾਓਗੇ, ਔਰ ਇੱਕ ਲੜਕੀ ਦੀ ਜਿਹੜੀ ਲਾਈਫ ਹੈ ਅੱਗੇ ਤੋਂ ਜਾ ਕੇ ਬੜੀ ਹੀ ਨਾਰਮਲ ਅਤੇ ਸੁਖਾਲੀ ਔਰ ਇੱਕ ਖੁਸ਼ਹਾਲੀ ਹੋ ਜਾਏਗੀ। ਸੋ ਦੋਸਤੋ, PCOS ਤੋਂ ਘਬਰਾਓ ਨਾ। ਹੈਵ good treatment under a good doctor. That's all, and I wish all the young girls best of luck.